5 ਬੈਂਡ, ਜੀ ਹਾਂ ਤੁਸੀਂ ਸਹੀ ਸੁਣਿਆ, 5 ਬੈਂਡ 'ਚ ਕਿਸ ਤਰ੍ਹਾਂ ਬੱਚੇ ਆਪਣੇ ਸੁਪਨੇ ਸਾਕਾਰ ਕਰ ਸਕਦੇ ਨੇ, ਜਾਂ ਰਿਫਿਊਜ਼ਲਸ ਨੇ, ਜਾਂ ਸਟੱਡੀ ਗੈਪ ਨੇ। ਇਹਨਾਂ ਸਾਰੇ ਸਵਾਲਾਂ ਦੇ ਜਵਾਬ ਸਟੂਡੈਂਟ ਜਿਨ੍ਹਾਂ ਦੇ ਮਾਰਕਸ ਘੱਟ ਹੈ 50% ਤੋਂ 55% ਤੋਂ ਉਹਨਾਂ ਨੂੰ ਆਫਰ ਲੈਟਰ ਨਹੀਂ ਮਿਲਦੀਆਂ, ਜਾਂ ਫਿਰ ਉਹ ਪ੍ਰਾਈਵੇਟ ਕਾਲਜ ਵੱਲ ਦੇਖਦੇ ਹੈ, ਉਹਦੀ ਬਜਾਏ ਉਹ ਸਾਡਾ ਇਹ ਇੰਟਰਨੈਸ਼ਨਲ ਪਾਥਵੇ ਜੁਆਇਨ ਕਰ ਸਕਦੇ ਆ। ਉਹ ਸਿਰਫ ਬੱਚਿਆਂ ਦੇ ਮਾਈਂਡ 'ਚ ਨਹੀਂ ਹੋਣਾ ਚਾਹੀਦਾ ਕਿ ਮੈਨੂੰ ਮੈਂ ਵੀਜ਼ਾ ਲੈਣਾ ਹੈ, ਔਰ ਅੱਗੇ ਜਾ ਕੇ ਵੀ ਉੱਥੇ ਕਿਸ ਤਰ੍ਹਾਂ ਆਪਣਾ ਕਰੀਅਰ ਭਵਿੱਖ ਬਣਾਉਣਾ ਚਾਹੁੰਦੇ ਹੈ, ਉਸ ਦੀ ਗਾਈਡੈਂਸ ਦੇਣਾ, ਉਹਨਾਂ ਨੂੰ ਹੈਲਪ ਕਰਨਾ ਇੱਕ ਮੇਰੀ ਲਾਈਫ ਦਾ ਹੁਣ ਮੰਤਵ ਹੈ। ਉੱਥੇ ਜਾ ਕੇ ਉਹਨਾਂ ਨੂੰ ਕੰਮ ਲੱਭਣ 'ਚ ਬੜੀ ਪ੍ਰੋਬਲਮ ਆਉਂਦੀ ਹੈ। ਬੜੇ ਸਾਰੇ ਸਟੂਡੈਂਟ ਸਾਨੂੰ ਫੀਡਬੈਕ ਦਿੰਦੇ ਆ, ਸਰ ਮੈਂ ਇੱਥੇ ਆ ਤਾਂ ਗਿਆ ਬਟ ਮੈਨੂੰ ਕੰਮ ਨਹੀਂ ਮਿਲ ਰਿਹਾ। ਸੋ ਇਟਸ ਨਾਟ ਓਨਲੀ ਇੰਗਲਿਸ਼ ਜਿੱਥੇ ਅਸੀਂ ਉਹਨਾਂ ਦੀ ਹੈਲਪ ਕਰਦੇ ਹਾਂ, ਜਿਨ੍ਹਾਂ ਸਟੂਡੈਂਟਸ ਦੇ ਗੈਪ ਹੈਗੇ ਆ ਉਹ ਵੀ ਆ ਸਕਦੇ ਆ। ਜਿਹੜੇ ਬੱਚਿਆਂ ਦੇ ਅਗਰ ਕੋਈ ਰਿਫਿਊਜ਼ਲਸ ਆਈਆਂ ਹੋਈਆਂ, ਕੋਰਸ ਮਿਸਮੈਚ ਲੈ ਲਿਆ ਸੀ ਪਹਿਲੇ, ਤਾਂ ਉਹ ਵੀ ਇਸ ਪ੍ਰੋਗਰਾਮ ਨੂੰ ਜੁਆਇਨ ਕਰ ਸਕਦੇ। ਜੇ ਅੱਜ ਪੰਜਾਬ 'ਚੋਂ 2 ਲੱਖ ਬੱਚਾ ਜਾਣਾ ਚਾਹੁੰਦਾ ਹੈ ਤਾਂ ਤਕਰੀਬਨ 70-80 ਹਜ਼ਾਰ ਦੇ ਬੱਚਿਆਂ ਦੇ ਵੀਜ਼ਾ ਆਉਂਦੇ ਆ, ਬਾਕੀ ਨਿਰਾਸ਼ ਹੀ ਹੁੰਦੇ ਆ ਕਿਸੇ ਨਾ ਕਿਸੇ ਵਜ੍ਹਾ ਨਾਲ, ਉਹਨਾਂ ਦੀ ਕੋਈ ਨਾ ਕੋਈ ਸ਼ਾਰਟ ਕਮਿੰਗ ਹੁੰਦੀ ਹੈ। ਮੈਂ ਆਸਟ੍ਰੇਲੀਅਨ ਰੈਜ਼ੀਡੈਂਟ, ਮੈਂ ਵੀ ਬਾਹਰ ਆਇਆ, ਉਸ ਤੋਂ ਵਾਪਸ ਆਇਆ ਹੋਇਆ, ਮੇਰੇ ਹੋਰ ਕੋਲੀਗਸ ਹੈਗੇ, ਸਾਰੇ ਇਸ ਤਰੀਕੇ ਨਾਲ ਅਸੀਂ ਉਹ ਐਕਸਪੀਰੀਅੰਸ ਕੀਤਾ ਹੈ ਪਰਸਨਲੀ ਕਿ ਇੱਕ ਸਟੂਡੈਂਟ ਨੂੰ ਉੱਥੇ ਜਾ ਕੇ ਕੀ ਪ੍ਰੋਬਲਮਸ ਆਉਂਦੀਆਂ, ਕਿਵੇਂ ਉਹਨੇ ਆਪਣੇ ਆਪ ਨੂੰ ਸੈਟਲ ਕਰਨਾ ਹੁੰਦਾ ਹੈ, ਤੇ ਕੀ ਉਹਨਾਂ ਨੂੰ ਜੌਬ ਲੈਣ 'ਚ ਵੀ ਕਿਸ ਤਰ੍ਹਾਂ ਪ੍ਰੋਬਲਮਸ ਆਉਂਦੀਆਂ, ਤੇ ਇੱਥੋਂ ਜਾਣ ਤੋਂ ਪਹਿਲੇ ਵੀ ਸਟੂਡੈਂਟ ਮਿਸਗਾਈਡ ਕਿਵੇਂ ਹੋਏ ਹੁੰਦੇ ਆ। ਸਤਿ ਸ਼੍ਰੀ ਅਕਾਲ ਜੀ, ਹਕੀਕਤ ਟੀਵੀ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਨਰਿੰਦਰ ਕਲੇਰ। ਅੱਜ ਬੜੀ ਹੀ ਇੱਕ ਖਾਸ ਇੰਟਰਵਿਊ ਹੋਣ ਜਾ ਰਹੀ ਹੈ। ਖਾਸ ਇਸ ਕਰਕੇ ਹੈ ਕਿ ਜਿਸ ਤਰ੍ਹਾਂ ਕਰੋਨਾ ਕਾਲ 'ਚ ਬੱਚਿਆਂ ਨੂੰ, ਵਿਦਿਆਰਥੀਆਂ ਨੂੰ ਤੇ ਮਾਪਿਆਂ ਨੂੰ ਇੱਕ ਬੜੀ ਵੱਡੀ ਦੁਵਿਧਾ ਬਣੀ ਹੋਈ ਸੀ ਕਿ ਇਸ ਕਾਲ 'ਚ ਬੱਚਿਆਂ ਦੇ ਸਟੱਡੀ ਗੈਪ ਪੈ ਰਹੇ ਨੇ। ਬੱਚਿਆਂ ਨੂੰ ਇੱਕ ਬੜਾ ਵੱਡਾ ਫਿਕਰ ਲੱਗਿਆ ਹੋਇਆ ਹੈ ਕਿ ਉਹ ਕਿਸ ਤਰ੍ਹਾਂ ਆਪਣੇ ਸੁਪਨੇ ਪੂਰੇ ਕਰਨ ਲਈ ਜਨਵਰੀ ਜਾਂ ਸੈਪਟੰਬਰ ਇਨਟੇਕ 'ਚ ਜਾ ਸਕਦੇ ਨੇ, ਜਾਂ ਬੱਚਿਆਂ ਦੇ ਸਭ ਤੋਂ ਵੱਡਾ ਐਲਾਨ ਕਰਨ ਜਾ ਰਹੇ ਹਾਂ ਕਿ ਜਿਸ ਤਰ੍ਹਾਂ ਬੱਚਿਆਂ ਨੂੰ ਬੈਂਡਸ ਨੂੰ ਲੈ ਕੇ, ਆਇਲਸ 'ਚ ਬੈਂਡ ਨੂੰ ਲੈ ਕੇ ਦਿੱਕਤਾਂ ਆਉਂਦੀਆਂ ਨੇ ਕਿ 6 ਬੈਂਡ ਜਾਂ 7 ਬੈਂਡ ਦੀ ਗੱਲ ਕਰਦੇ ਨੇ, ਉੱਥੇ ਅਸੀਂ 5 ਬੈਂਡ, ਜੀ ਹਾਂ ਤੁਸੀਂ ਸਹੀ ਸੁਣਿਆ, 5 ਬੈਂਡ 'ਚ ਕਿਸ ਤਰ੍ਹਾਂ ਬੱਚੇ ਆਪਣੇ ਸੁਪਨੇ ਸਾਕਾਰ ਕਰ ਸਕਦੇ ਨੇ, ਜਾਂ ਰਿਫਿਊਜ਼ਲਸ ਨੇ, ਜਾਂ ਸਟੱਡੀ ਗੈਪ ਨੇ। ਇਹਨਾਂ ਸਾਰੇ ਸਵਾਲਾਂ ਦੇ ਜਵਾਬ ਬੜੇ ਹੀ ਸਰਲ ਤਰੀਕੇ ਨਾਲ ਸਾਡੇ ਨਾਲ ਮੌਜੂਦ ਨੇ ਕ੍ਰੋਸਲੈਂਡ ਕੰਪਨੀ ਤੋਂ ਡਾਕਟਰ ਡੀਜੇ ਜੀ। ਬਹੁਤ ਵੱਡਾ ਐਕਸਪੀਰੀਅੰਸ ਹੈ ਇਹਨਾਂ ਕੋਲ, ਬੜੇ ਹੀ ਵਿਸਥਾਰ ਨਾਲ ਗੱਲ ਕਰਦੇ ਨੇ। ਉਹਨਾਂ ਦਾ ਸਵਾਗਤ ਕਰਦੇ ਹਾਂ ਤੇ ਨਾਲ ਹੀ ਉਹਨਾਂ ਤੋਂ ਉਹਨਾਂ ਦੀ ਕੰਪਨੀ ਬਾਰੇ, ਉਹਨਾਂ ਦੇ ਪ੍ਰੋਗਰਾਮਸ ਬਾਰੇ ਇੱਕ ਚਾਨਣਾ ਲੈ ਲੈਂਦੇ ਹਾਂ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਸਾਰੇ ਸਰੋਤਿਆਂ ਨੂੰ। ਮੈਨੂੰ ਖੁਸ਼ੀ ਅੱਜ ਹਕੀਕਤ ਟੀਵੀ ਤੇ ਆਣ ਕੇ ਤੁਹਾਡੇ ਨਾਲ ਗੱਲਬਾਤ ਕਰਨ ਵਾਸਤੇ। ਮੈਂ ਪਿਛਲੇ 23 ਸਾਲ ਤੋਂ ਐਜੂਕੇਸ਼ਨ ਇੰਡਸਟਰੀ ਨਾਲ ਜੁੜਿਆ ਹੋਇਆ ਹਾਂ। ਕਈ ਅਦਾਰੇ 'ਚ ਕੰਮ ਵੀ ਕੀਤਾ ਹੈ, ਲੀਡ ਕੀਤਾ ਹੈ ਐਜ਼ ਏ ਪ੍ਰਿੰਸੀਪਲ ਡਾਇਰੈਕਟਰ, ਔਰ ਇੰਟਰਨੈਸ਼ਨਲ ਐਜੂਕੇਸ਼ਨ ਆਪ ਵੀ ਲਿੱਤੀ ਹੈ, ਐਕਸ ਰੈਜ਼ੀਡੈਂਟ ਆਸਟ੍ਰੇਲੀਆ ਦਾ। ਔਰ ਹੁਣ ਮੇਰਾ ਵੀ ਮੰਤਵ ਹੈ ਕਿ ਜਿਹੜੇ ਸਾਡੇ ਬੱਚੇ ਪੰਜਾਬ 'ਚ ਅੱਗੇ ਜਾ ਕੇ ਰਾਈਟ ਤਰੀਕੇ ਨਾਲ ਰਾਈਟ ਆਪਣਾ ਕਰੀਅਰ ਬਣਾਉਣਾ ਚਾਹੁੰਦੇ ਹੈ, ਉਹ ਸਿਰਫ ਬੱਚਿਆਂ ਦੇ ਮਾਈਂਡ 'ਚ ਨਹੀਂ ਹੋਣਾ ਚਾਹੀਦਾ ਕਿ ਮੈਨੂੰ ਮੈਂ ਵੀਜ਼ਾ ਲੈਣਾ ਹੈ, ਔਰ ਅੱਗੇ ਜਾ ਕੇ ਵੀ ਉੱਥੇ ਕਿਸ ਤਰ੍ਹਾਂ ਆਪਣਾ ਕਰੀਅਰ ਭਵਿੱਖ ਬਣਾਉਣਾ ਚਾਹੁੰਦੇ ਹੈ, ਉਸ ਦੀ ਗਾਈਡੈਂਸ ਦੇਣਾ, ਉਹਨਾਂ ਨੂੰ ਹੈਲਪ ਕਰਨਾ ਇੱਕ ਮੇਰੀ ਲਾਈਫ ਦਾ ਹੁਣ ਮੰਤਵ ਹੈ। ਉਸ ਚੀਜ਼ ਨੂੰ ਲੈ ਕੇ ਹੀ ਮੈਂ ਅੱਗੇ ਬੱਚਿਆਂ ਨੂੰ ਨਵੀਆਂ ਬੈਨੀਫਿਟ ਸਕੀਮਸ, ਜਾਂ ਜਿਸ ਤਰ੍ਹਾਂ ਉਹ ਅੱਗੇ ਆਪਣੇ ਫਿਊਚਰ ਨੂੰ ਕਰ ਸਕਦੇ ਹੈ, ਖਾਸ ਕਰਕੇ ਜਿਹੜੇ ਬੱਚੇ ਥੋੜ੍ਹੇ ਵੀਕ ਹੈਗੇ ਆ, ਨਿਰਾਸ਼ ਹੈਗੇ ਆ, ਉਹਨਾਂ ਲਈ ਵੀ ਅਸੀਂ ਇੱਕ ਬਹੁਤ ਅੱਛੀ ਹੁਣ ਲੇਟੈਸਟ ਪ੍ਰਪੋਜ਼ਲ ਲੈ ਕੇ ਆਏ ਹਾਂ। ਸੋ ਉਹਨਾਂ ਪ੍ਰਪੋਜ਼ਲਸ ਦਾ ਬੈਨੀਫਿਟ ਲੈ ਕੇ ਉਹ ਆਪਣੇ ਆਪ ਨੂੰ ਅੱਗੇ ਆਪਣਾ ਜਿਹੜਾ ਡ੍ਰੀਮ ਡੈਸਟੀਨੇਸ਼ਨ, ਜਿਹੜੇ ਵੀ ਕੰਟਰੀ ਜਾ ਕੇ ਆਪਣਾ ਭਵਿੱਖ ਬਣਾਉਣਾ ਚਾਹੁੰਦੇ ਆ, ਉਹ ਦੇ ਕੈਨ ਅਡੋਪਟ ਦੈਟ ਮੈਥਡ, ਔਰ ਉਹ ਆਪਣੀ ਜਾ ਕੇ ਉੱਥੇ ਸੈਟਲਮੈਂਟ ਕਰ ਸਕਦੇ ਆ। ਸੋ ਸਵਾਲ ਲੈ ਲੈਂਦੇ ਹਾਂ ਸਰ ਤੁਹਾਡੇ ਤੋਂ ਪਹਿਲਾਂ। ਬੜਾ ਹੀ ਜਿਹੜਾ ਬੱਚਿਆਂ ਦੇ ਮਨ 'ਚ ਉਹਨਾਂ ਨੂੰ ਚੁਭਦਾ ਰਹਿੰਦਾ ਹੈ ਕਿ ਉਹ ਆਇਲਸ 'ਚ ਬੈਂਡ ਨਹੀਂ ਵਧੀਆ ਲੈ ਸਕਦੇ। ਉਹਨਾਂ ਨੂੰ ਕਈ ਵਾਰ ਇਸ ਤਰ੍ਹਾਂ ਲੱਗਦਾ ਹੈ ਕਿ ਮੈਨੂੰ ਪ੍ਰੋਬਲਮ ਇੰਗਲਿਸ਼ ਸਪੀਕਿੰਗ 'ਚ ਆਉਂਦੀ ਆ ਅਤੇ ਮੈਨੂੰ ਵਧੀਆ ਬੈਂਡ ਨਹੀਂ ਮਿਲਦੇ। ਜਿਸ ਤਰ੍ਹਾਂ ਤੁਹਾਡੇ ਨਾਲ ਆਪਾਂ ਗੱਲ ਕੀਤੀ ਹੈ ਕਿ ਤੁਸੀਂ 5 ਬੈਂਡ ਜਾਂ ਇਸ ਤੋਂ ਪਲੱਸ ਬੈਂਡ 'ਚ ਇੱਕ ਵਧੀਆ ਬੱਚਿਆਂ ਦਾ ਭਵਿੱਖ ਸਵਾਰ ਸਕਦੇ ਹੋ, ਕੀ ਹੈ? ਦੇਖੋ, ਉਹਦੇ 'ਚ 2 ਤਰੀਕੇ ਹੈਗੇ ਹੈ। ਪਹਿਲੀ ਗੱਲ ਤਾਂ ਜਿਸ ਕੰਟਰੀ 'ਚ ਆਪਾਂ ਜਾਣਾ ਹੈ, ਉਹ ਅਗਰ ਆਪਾਂ ਇੰਗਲਿਸ਼ ਸਪੀਕਿੰਗ ਕੰਟਰੀ ਪਕੜ ਰਹੇ ਹਾਂ ਤਾਂ ਆਪਾਂ ਨੂੰ ਇੰਗਲਿਸ਼ ਤਾਂ ਆਪਣੀ ਇੰਪਰੂਵ ਕਰਨੀ ਪਏਗੀ, ਦੇਰ ਇਜ਼ ਨੋ ਡਿਨਾਈਲ, ਠੀਕ ਹੈ। ਜਿਹਦੇ ਵੀ ਦੇਸ਼ 'ਚ ਰਹਿਣਾ, ਉਹ ਕਹਿੰਦੇ ਪੁਰਾਣੀ ਕਹਾਵਤ ਹੈ, ਸਪੀਕ ਵੈਨ ਯੂ ਆਰ ਇਨ ਰੋਮ ਸਪੀਕ ਲਾਈਕ ਰੋਮਨਸ ਡੂ। ਸੋ ਆਪਾਂ ਜੇ ਕੈਨੇਡਾ ਜਾਣਾ ਚਾਹੁੰਦੇ ਹਾਂ, UK ਜਾਣਾ ਚਾਹੁੰਦੇ ਹਾਂ, ਤਾਂ ਇੰਗਲਿਸ਼ ਸਟੈਂਡਰਡ ਆਪਣਾ ਉਸ ਕੰਟਰੀ ਦੇ ਬਰਾਬਰ ਹੋਣਾ ਚਾਹੀਦਾ। ਉਹਨਾਂ ਦੀ ਰਿਕੁਆਇਰਮੈਂਟਸ ਆਪਾਂ ਨੂੰ, ਚਾਹੇ ਉਹ ਲੀਗਲ ਰਿਕੁਆਇਰਮੈਂਟਸ ਹੈ, ਬਟ ਐਜ਼ ਏ ਸੋਸ਼ਲ ਵੀ ਆਪਾਂ ਉੱਥੇ ਜਾ ਕੇ ਕੰਮ ਕਰਨਾ ਹੈ, ਸੈਟਲ ਹੋਣਾ ਹੈ, ਤਾਂ ਆਪਾਂ ਨੂੰ ਉਹ ਇੰਗਲਿਸ਼ ਤਾਂ ਹੋਣੀ ਚਾਹੀਦੀ ਹੈ। ਸੋ ਅਗਰ ਅਸੀਂ ਉਹ ਬੈਂਡ ਹੁਣ ਅਚੀਵ ਕਰ ਲੈਂਦੇ ਹਾਂ, ਟੈਸਟ ਦਿੰਦੇ ਹਾਂ, ਆਪਣੇ ਇੰਗਲਿਸ਼ ਉਸ ਲੈਵਲ 'ਤੇ ਲੈ ਆਉਂਦੇ ਹਾਂ, ਔਰ ਸਾਡੇ 6 ਬੈਂਡ ਈਚ ਆਉਂਦੇ ਹੈ, ਤਾਂ ਅਸੀਂ ਕੈਨੇਡਾ ਜਾਣਾ ਚਾਹੁੰਦੇ ਹਾਂ, ਤਾਂ ਆਪਾਂ ਵੀਜ਼ਾ ਐਪਲੀਕੇਸ਼ਨਸ ਆਪਣੀਆਂ ਲਗਾ ਸਕਦੇ ਹਾਂ। ਬਟ ਅਗਰ ਜਿਹੜੇ ਬੱਚੇ ਦੇ ਬੈਂਡਸ ਘੱਟ ਹੈਗੇ ਆ, ਉਹਨਾਂ ਨੂੰ ਕਿਸੇ ਨਾ ਕਿਸੇ ਇੱਕ ਮੋਡਿਊਲ ਜਾਂ 2 ਮੋਡਿਊਲ 'ਚ ਪ੍ਰੋਬਲਮਸ ਆ ਰਹੀਆਂ ਹੈਗੀਆਂ, ਤਾਂ ਉਹ ਸਾਡਾ ਇੱਕ, ਅਸੀਂ ਜੋ ਹੁਣ ਇੰਟਰਨੈਸ਼ਨਲ ਪ੍ਰੋਗਰਾਮ ਲੈ ਕੇ ਆਏ ਹਾਂ, ਪਾਥਵੇ ਪ੍ਰੋਗਰਾਮ ਲੈ ਕੇ ਆਏ ਹਾਂ, ਵਰਲਡ ਦਾ ਸਭ ਤੋਂ ਵੱਡਾ ਪਾਥਵੇ ਪ੍ਰੋਗਰਾਮ ਲੈ ਕੇ ਆਏ ਹਾਂ, ਵਰਲਡ ਦੀ ਸਭ ਤੋਂ ਵੱਡੀ ਕੰਪਨੀ ਪੀਅਰਸਨ ਦੇ ਨਾਲ ਲੈ ਕੇ ਆਏ ਹਾਂ। ਪੀਅਰਸਨ ਸਾਰੇ ਲੋਕੀ ਜਾਣਦੇ ਆ, ਪੀਅਰਸਨ ਦਾ ਪੂਰੇ ਪੰਜਾਬ 'ਚ ਪੀਅਰਸਨ ਟੈਸਟ ਆਫ ਇੰਗਲਿਸ਼ PT ਦੇ ਨਾਮ ਤੋਂ ਮਸ਼ਹੂਰ ਹੈ। ਸੋ ਉਹਨਾਂ ਦੀ ਹੀ ਇੱਕ ਵਰਲਡ ਦੀ ਬੈਸਟ ਕੁਆਲੀਫਿਕੇਸ਼ਨ
ਹੋਰ ਕੰਪਨੀ ਹੈਗੀ ਹੈ ਜਿਹਨੂੰ BTC ਦੇ ਨਾਮ ਤੋਂ ਜਾਂਦੇ ਆ, ਬਿਜ਼ਨਸ ਟੈਕਨੀਕਲ ਐਜੂਕੇਸ਼ਨ ਕਾਉਂਸਲ, ਉਹਨਾਂ ਦੇ ਵੋਕੇਸ਼ਨਲ ਜਿਹੜੇ ਕੁਆਲੀਫਿਕੇਸ਼ਨਸ ਹੈ ਉਹ UK ਦੀ ਸਭ ਤੋਂ ਵੱਡੀਆਂ ਕੁਆਲੀਫਿਕੇਸ਼ਨਸ ਹੈ। ਮੋਰ ਦੈਨ 2.5 ਲੱਖ 2.5 ਲੱਖ ਬੱਚਿਆਂ ਨੇ UK 'ਚ ਇਸ ਸਾਲ BTC ਦੇ ਪੇਪਰ ਦਿੱਤੇ ਆ, ਉਹ ਲੋਕਲ ਨੇਟਿਵਸ ਨੇ ਦਿੱਤੇ ਆ। ਔਰ ਉਹ ਉਸ ਤੋਂ ਬਾਅਦ ਉਹਨਾਂ ਜਿਹੜੀ ਕੁਆਲੀਫਿਕੇਸ਼ਨ ਹੈ BTC ਦੀ, ਉਹ ਫਸਟ ਈਅਰ ਔਰ ਸੈਕੰਡ ਈਅਰ ਦੇ ਬਰਾਬਰ ਹੁੰਦੀ ਹੈ। ਸੋ ਲੈਵਲ 4 ਲੈਵਲ 5 ਦੀ ਕੁਆਲੀਫਿਕੇਸ਼ਨ UK ਦੀ ਅਸੀਂ ਇੱਥੇ ਹੁਣ ਵਿਦਿਆ ਜੋਤੀ ਸਾਡਾ ਜਿਹੜਾ ਇੰਸਟੀਟਿਊਸ਼ਨ ਹੈਗਾ ਚੰਡੀਗੜ੍ਹ ਅੰਬਾਲਾ ਹਾਈਵੇ ਦੇ ਉੱਤੇ, ਉਹਦੇ ਵਿੱਚ ਅਸੀਂ ਇੱਥੇ ਡਿਲੀਵਰ ਕਰਾਂਗੇ। ਸਾਡੀ ਸਾਰੀ ਫੈਕਲਟੀ ਟੀਮ ਨੂੰ ਟ੍ਰੇਨ ਕੀਤਾ ਗਿਆ ਹੈ, ਸਪੈਸ਼ਲਾਈਜ਼ਡ ਪ੍ਰੋਗਰਾਮ ਅਸੀਂ ਲੈ ਕੇ ਆਏ ਹਾਂ ਔਰ ਉਹਨਾਂ ਪ੍ਰੋਗਰਾਮਸ ਦੇ ਵਿੱਚ ਸਟੂਡੈਂਟ ਆਪਣਾ ਜਿਹੜਾ ਹੈ 5.5 ਬੈਂਡਸ ਦੇ ਨਾਲ ਜਾਂ 5 ਬੈਂਡਸ ਨਾਲ ਵੀ ਓਵਰਆਲ ਕਰ ਸਕਦੇ ਆ। ਅਗਰ ਕਿਸੇ ਬੱਚੇ ਨੇ ਟੈਸਟ ਦਿੱਤਾ ਤਾਂ ਬਹੁਤ ਵਧੀਆ, ਅਗਰ ਨਹੀਂ ਦਿੱਤਾ ਤਾਂ ਅਸੀਂ ਇੱਕ ਇਕੁਇਵਲੈਂਸੀ ਟੈਸਟ ਲੈਂਦੇ ਹਾਂ ਜਿਹਦੀ ਕੋਈ ਕਾਸਟ ਨਹੀਂ ਹੈ, ਫ੍ਰੀ ਆਫ ਕਾਸਟ ਉਹ ਟੈਸਟ ਹੈ। ਉਹ ਬੱਚਾ ਦੇ ਕੇ ਟੈਸਟ ਆਪਣੀ ਇੰਗਲਿਸ਼ ਪ੍ਰੂਵ ਕਰਕੇ ਉਸ ਪ੍ਰੋਗਰਾਮ ਨੂੰ ਜੁਆਇਨ ਕਰ ਸਕਦਾ ਹੈ। ਫਸਟ ਈਅਰ ਉਹ ਇੱਥੇ ਹੀ ਪੜ੍ਹਨਗੇ ਵਿਦ 5 ਬੈਂਡਸ ਦੇ ਕੈਨ ਜੁਆਇਨ ਔਰ 5 ਬੈਂਡ ਦੇ ਨਾਲ ਇੱਥੇ ਕਲਾਸਿਸ ਸ਼ੁਰੂ ਹੋ ਜਾਣਗੀਆਂ ਉਹਨਾਂ ਦੀਆਂ। ਡਿਊਰਿੰਗ ਦੇਅਰ ਫਸਟ ਈਅਰ ਸਾਡੇ ਕੋਲ ਐਕਸਪਰਟਸ ਹੈਗੇ ਆ ਜੋ ਕਿ ਅਸੀਂ ਉਹਨਾਂ ਨੂੰ ਆਈਲੈਟਸ ਔਰ PT ਦੇ ਉੱਤੇ ਪੂਰੀ ਕੋਚਿੰਗ ਦਿੰਦੇ ਹਾਂ। ਬੀਇੰਗ ਅ ਪੀਅਰਸਨ ਐਜੂਕੇਸ਼ਨ ਪਾਰਟਨਰ ਸਾਡੇ ਕੋਲ ਪੂਰਾ ਈਵਨ PT ਦੀ ਵੀ ਪੂਰੀਆਂ ਐਡਵਾਂਸ ਲੈਬਸ ਹੈਗੀਆਂ ਜਿਹਦੇ 'ਚ ਅਗਰ ਬੱਚਿਆਂ ਦੇ ਬੈਂਡ ਸਕੋਰਸ ਘੱਟ ਹੈਗੇ ਤਾਂ ਉਹਨਾਂ ਨੂੰ ਇੰਪਰੂਵ ਕਰਾਉਂਦੇ ਹਾਂ ਐਂਡ ਉਹਨਾਂ ਦਾ ਦੇਖਦੇ ਹਾਂ ਕਿ ਉਹ ਕਿਹੜੇ ਕੰਟਰੀ ਜਾਣਾ ਚਾਹੁੰਦੇ ਆ। ਅਗਰ ਉਹਨਾਂ ਦਾ ਇੰਟਰਸਟ ਕੈਨੇਡਾ ਹੀ ਹੈ ਤਾਂ ਅਸੀਂ ਉਹਨਾਂ ਨੂੰ ਪ੍ਰਪੇਅਰ ਕਰਦੇ ਹਾਂ ਵਿਦ ਫਸਟ ਈਅਰ ਆਫ ਟੈਕਨੀਕਲ ਐਜੂਕੇਸ਼ਨ ਕਿ ਉਹ ਆਪਣੀਆਂ ਬੈਂਡਸ ਇੰਪਰੂਵ ਕਰਕੇ 6 ਬੈਂਡ ਦੇ ਨਾਲ ਜਾਂ ਮਿਨੀਮਮ 5.5 ਇੱਕ ਮੋਡਿਊਲ ਦੇ ਨਾਲ ਉਹ ਆਪਣੀ ਐਪਲੀਕੇਸ਼ਨਸ ਲਗਾ ਵੀ ਸਕਦੇ ਆ। ਸੋ ਇਟਸ ਨਾਟ ਓਨਲੀ ਇੰਗਲਿਸ਼ ਜਿੱਥੇ ਅਸੀਂ ਉਹਨਾਂ ਦੀ ਹੈਲਪ ਕਰਦੇ ਹਾਂ, ਜਿਨ੍ਹਾਂ ਸਟੂਡੈਂਟਸ ਦੇ ਗੈਪ ਹੈਗੇ ਆ ਉਹ ਵੀ ਆ ਸਕਦੇ ਆ। ਜਿਹੜੇ ਬੱਚਿਆਂ ਦੇ ਅਗਰ ਕੋਈ ਰਿਫਿਊਜ਼ਲਸ ਆਈਆਂ ਹੋਈਆਂ, ਕੋਰਸ ਮਿਸਮੈਚ ਲੈ ਲਿਆ ਸੀ ਪਹਿਲੇ, ਤਾਂ ਉਹ ਵੀ ਇਸ ਪ੍ਰੋਗਰਾਮ ਨੂੰ ਜੁਆਇਨ ਕਰ ਸਕਦੇ। ਡਾਕਟਰ ਸਾਹਿਬ ਇੱਥੇ ਸਵਾਲ ਇਹ ਸਾਹਮਣੇ ਆ ਰਿਹਾ ਹੈ ਕਿ ਜਿਸ ਤਰ੍ਹਾਂ ਤੁਹਾਡੇ ਇੰਸਟੀਚਿਊਟ 'ਚ ਤੁਹਾਡੀ ਕੰਪਨੀ 'ਚ ਜੋ ਬੱਚਾ ਜਾਵੇਗਾ ਤਾਂ ਉਹ ਪਹਿਲੇ ਸਾਲ 'ਚ ਆਪਣੀ ਸਟੱਡੀ ਗੈਪ ਪੂਰੀ ਕਰਕੇ ਜਿਹੜੇ ਅਗਲੇ 2 ਸਾਲ ਹੋਣਗੇ ਡਿਪਲੋਮੇ ਦੇ ਜਾਂ ਡਿਗਰੀ ਦੇ, ਉਹ ਅਗਲੇ 2 ਸਾਲ ਉੱਥੇ ਲਾਉਣੇ ਪੈਣਗੇ ਕਿ ਉਸ ਨੂੰ 2 ਸਾਲ ਇੱਥੇ ਵੀ ਲਾ ਸਕਦਾ ਹੈ ਉਹ? ਅੰਦਰ ਜੀ ਟੋਟਲੀ ਡਿਪੈਂਡ ਕਰਦਾ ਕਿ ਬੱਚਾ ਕਿਹੜੇ ਕੰਟਰੀ ਜਾਣਾ ਚਾਹੁੰਦਾ ਹੈ। ਸਾਡਾ ਜਿਹੜਾ ਇਹ ਪਾਥਵੇ ਪ੍ਰੋਗਰਾਮ ਹੈ 21 ਕੰਟਰੀਜ਼ ਦੇ ਨਾਲ ਹੈਗਾ, ਟਾਈ ਅਪ ਹੈਗਾ। 348 ਯੂਨੀਵਰਸਿਟੀ ਕਾਲਜਸ ਵਰਲਡ ਦੀਆਂ ਬੈਸਟ, ਉਹਨਾਂ ਨਾਲ ਇਹ ਤੁਸੀਂ ਐਟਰੀਕੂਲੇਸ਼ਨ ਹੈਗੀ ਹੈ, ਤੁਸੀਂ ਕ੍ਰੈਡਿਟ ਟ੍ਰਾਂਸਫਰ ਲੈ ਕੇ ਮੂਵ ਕਰ ਸਕਦੇ ਹੋ। ਸੋ ਡਿਪੈਂਡ ਕਰਦਾ ਬੱਚੇ ਨੇ ਕਿਹੜੇ ਕੰਟਰੀ ਜਾਣਾ ਚਾਹੁੰਦਾ ਹੈ। ਸੋ ਅਗਰ ਬੱਚਾ ਚਾਹੁੰਦਾ ਕਿ ਮੈਂ ਕੈਨੇਡਾ ਜਾ ਕੇ ਡਿਪਲੋਮਾ ਕਰਨਾ ਹੈ ਤਾਂ ਡਿਪਲੋਮਾ 2 ਇਅਰਸ ਦਾ ਉੱਥੇ ਹੈਗਾ ਤਾਂ ਉਹ 1+1 'ਚ ਜਾ ਸਕਦਾ ਹੈ। ਕਿਉਂਕਿ ਆਪਾਂ ਇਹ ਵੀ ਜ਼ਰੂਰ ਦੇਖਣਾ ਹੈ ਕਿ ਇਸ ਐਜੂਕੇਸ਼ਨ ਤੋਂ ਬਾਅਦ ਬੱਚੇ ਨੂੰ ਉੱਥੋਂ ਦੇ ਜਿਹੜੇ ਪੋਸਟ ਵਰਕ ਰਾਈਟਸ ਦੀਆਂ ਰੂਲਸ ਹੈਗੇ ਹੈ ਉਹ ਵੀ ਉਹ ਜ਼ਰੂਰ ਪੂਰੇ ਕਰੇ ਤਾਂ ਹੀ ਅੱਗੋਂ ਦੀ ਉਹ PR ਦਾ ਵੀ ਜਿਹੜਾ ਉਹ ਹੈ ਪੋਸੀਬਿਲਿਟੀ ਉਹ ਉਹਦੀ ਬਣ ਸਕੇ। ਸੋ ਇਹ ਡਿਪੈਂਡ ਕਰੇਗਾ ਕਿਹੜੇ ਕੰਟਰੀ ਜਾਣਾ। ਉਹ ਸਾਡੇ ਕੋਲ ਦੋਨੋਂ ਆਪਸ਼ਨਸ ਹੈਗੀਆਂ, 1+1 ਵੀ ਹੈ, 2+1 ਵੀ ਹੈ ਔਰ 1+2 ਵੀ ਉਹ ਕਰ ਸਕਦਾ। ਇਟ ਡਿਪੈਂਡ ਆਲ ਔਨ ਦੀ ਪ੍ਰੋਫਾਈਲ ਐਂਡ ਸਟੂਡੈਂਟ ਦੀ ਕਿਹੜੇ ਕੰਟਰੀ 'ਚ ਉਹ ਜਾ ਕੇ ਸੈਟਲ ਹੋਣਾ ਚਾਹੁੰਦਾ। ਜਿੰਨਾ ਵੀ ਉਹ ਜੇ 4 ਸਾਲ ਦਾ ਪ੍ਰੋਗਰਾਮ ਤਾਂ 2+2 ਵੀ ਕਰ ਸਕਦੇ ਆ। ਸੋ ਜਿੰਨਾ ਇੱਥੇ ਰਹਿਣਗੇ ਉਹਨਾਂ ਦੀ ਸੇਵਿੰਗ ਹੋਊਗੀ। ਲਾਈਕ ਸੇਵਿੰਗਸ ਦੀ ਗੱਲ ਕੀਤੀ ਆ ਤਾਂ ਜਦੋਂ ਬੱਚੇ ਬਾਹਰ ਜਾਂਦੇ ਆ, ਆਇਲਸ ਕਰਦੇ ਨੇ, ਨਾਲ ਦੀ ਨਾਲ ਸਟੱਡੀ ਲਈ ਬਾਹਰ ਕਾਲਜ ਫੀਸ ਦਿੰਦੇ ਤੇ ਤੁਹਾਡੇ ਇਸ ਜਿਹੜਾ ਪ੍ਰੋਗਰਾਮ ਆ ਕ੍ਰੋਸਲੈਂਡਸ 'ਚ ਸੇਵਿੰਗ ਕਿਸ ਤਰ੍ਹਾਂ ਹੋਵੇਗੀ? ਬਿਲਕੁਲ ਜੀ, ਜਿਵੇਂ ਬੱਚੇ ਨੇ ਅਗਰ ਬਾਹਰ ਪੜ੍ਹਨਾ ਹੈ ਤਾਂ ਉਹਨੂੰ 8 ਲੱਖ ਤੋਂ ਤਕਰੀਬਨ ਕੈਨੇਡਾ ਦੇ ਵਿੱਚ 10 ਲੱਖ, UK ਐਂਡ ਆਸਟ੍ਰੇਲੀਆ ਤਕਰੀਬਨ 12 ਲੱਖ 1 ਸਾਲ ਦੀ ਐਜੂਕੇਸ਼ਨ ਦੀ ਕਾਸਟ ਹੈ। ਬਟ ਉਹ ਕਾਸਟ ਉਹ ਬਚਾ ਸਕਦੇ ਆ ਡਿਊਰਿੰਗ ਦਿਸ ਪ੍ਰੋਬਲਮ। ਆਪਾਂ ਕਰੋਨਾ ਚੱਲ ਰਿਹਾ, ਕੋਵਿਡ ਚੱਲ ਰਿਹਾ ਅਤੇ ਆਪਾਂ ਫਾਈਨੈਂਸ਼ੀਅਲੀ ਵੀ ਹੈਗੀਆਂ। ਆਪਾਂ ਜੇ ਇੱਥੇ ਜਿਹੜੀ ਐਜੂਕੇਸ਼ਨ ਦੇ ਰਹੇ ਹਾਂ ਉਹ ਕੁਆਇਟ ਰੀਜ਼ਨੇਬਲ ਫੀਸ ਹੈਗੀ ਉਹਦੀ, ਅਪਰੋਕਸੀਮੇਟਲੀ 3-3.5 ਲੱਖ ਰੁਪਏ ਇੱਥੇ ਦੀ ਫੀਸ ਹੈਗੀ ਹੈ। ਕਿਉਂਕਿ ਸਾਡੀ ਜੋ ਆਲਦੋ ਹਾਈਲੀ ਕੁਆਲੀਫਾਈਡ ਐਕਸਪਰਟ ਹੈਗੇ ਆ ਬਟ ਉਨੀ ਜਿਵੇਂ ਕੈਨੇਡਾ ਜਾਂ UK 'ਚ ਕਾਸਟ ਆਉਂਦੀ ਹੈ ਉਨੀ ਇੱਥੇ ਕਾਸਟ ਨਹੀਂ ਹੈਗੀ। ਸੋ ਇੱਥੇ ਜਿਹੜੀ ਫੀਸ ਹੈ ਉਹ 3-3.5 ਲੱਖ ਰੁਪਏ ਦੀ ਹੈ। ਤਾਂ ਬੱਚਿਆਂ ਦਾ ਕਿਧਰੇ ਵੀ 5 ਤੋਂ ਲੈ ਕੇ 10 ਲੱਖ ਦਾ 1 ਸਾਲ 'ਚ ਫ਼ਰਕ ਪੈ ਜਾਂਦਾ ਹੈ ਫੀਸ ਦੇ ਵਿੱਚ। ਸੋ ਪੰਜਾਬ 'ਚ ਜਿਸ ਤਰ੍ਹਾਂ ਬੜੇ ਹੀ ਵੱਡੇ ਪੱਧਰ 'ਤੇ ਆਇਲਸ ਸੈਂਟਰ ਚੱਲਦੇ ਪਏ ਨੇ, ਕੰਪਨੀਆਂ ਚੱਲਦੀਆਂ ਪਈਆਂ ਨੇ, ਤੁਹਾਡਾ ਕਿੱਥੋਂ ਆ ਗਿਆ ਇਹ ਕੰਪਨੀ? ਕਿਉਂਕਿ ਜਿਸ ਤਰ੍ਹਾਂ ਬਹੁਤ ਵੱਡੇ ਵੱਡੇ ਨਾਂ ਨੇ ਪੰਜਾਬ 'ਚ, ਤੁਸੀਂ ਕੀ ਖਾਸ ਲੈ ਕੇ ਆਏ ਹੋ? ਕੀ ਤੁਹਾਡੇ ਪ੍ਰੋਜੈਕਟ 'ਚ ਇਸ ਤਰ੍ਹਾਂ ਦਾ ਕੀ ਖਾਸ ਹੈ ਬਾਕੀਆਂ ਨਾਲੋਂ? ਹਰ ਕੋਈ ਡਿਫਰੈਂਟ ਹੋਣਾ ਚਾਹੁੰਦਾ ਬਟ ਇੰਨੇ ਸਾਲ ਦੇ ਐਕਸਪੀਰੀਅੰਸ ਤੋਂ ਬਾਅਦ ਅਸੀਂ ਕੁਝ ਚੀਜ਼ ਇਹੋ ਜਿਹੀ ਲੈ ਕੇ ਆਉਂਦੇ ਹਾਂ। ਮੈਂ ਕਿਸੇ ਨਾਲ ਕੰਪੇਅਰ ਜਾਂ ਕੰਪੀਟੀਸ਼ਨ ਨਹੀਂ ਕਰ ਰਿਹਾ ਬਟ ਅਸੀਂ ਇੱਕ ਡਿਫਰੈਂਟ ਕੁਆਲਿਟੀ ਔਰ ਡਿਫਰੈਂਟ ਸਿਸਟਮਸ ਦੇ ਰਹੇ ਹਾਂ। ਫੋਰ ਐਗਜ਼ਾਮਪਲ ਜੇ ਆਪਾਂ ਗੱਲ ਕਰੀਏ ਸਾਡੀ ਕੰਪਨੀ ਦੀ, ਅਸੀਂ ਹਰ 4 ਸਟਰੀਮ ਦੇ ਵਿੱਚ ਕੰਮ ਕਰ ਰਹੇ ਹਾਂ। ਸੋ ਸਾਡੀ ਜਿਹੜੀ ਮੇਜਰ ਜਿਹੜਾ ਆਪਾਂ ਕਹੀਏ ਮੇਨ ਬੱਚਿਆਂ ਦਾ ਲੈਵਲ ਜਰਨੀ ਸ਼ੁਰੂ ਹੁੰਦੀ ਹੈ, ਕੰਮ ਸ਼ੁਰੂ ਹੁੰਦਾ ਫੋਰਨ ਸਟੱਡੀਜ਼ ਦਾ, ਉਹਨਾਂ ਨੇ ਆਈਲੈਟਸ ਤੇ PT ਕੋਚਿੰਗ ਲੈਣੀ ਹੁੰਦੀ ਹੈ। ਸੋ ਸਾਡੀ ਕੰਪਨੀ ਪਹਿਲੀ ਵਾਰ ਆਈਲੈਟਸ ਔਰ PT ਕੋਚਿੰਗ ਦੇ ਵਾਸਤੇ ਡਿਜੀਟਲ ਸੌਫਟਵੇਅਰਸ ਲੈ ਕੇ ਆਏ ਹਾਂ। ਸੋ ਅਸੀਂ ਸਿਰਫ 1-to-1 ਫੇਸ ਟੂ ਫੇਸ ਟੀਚਰ ਤੋਂ ਇਲਾਵਾ
ਬਲੈਂਡਡ ਮਾਡਲ ਕੰਪਿਊਟਰ ਬੇਸਡ ਇੰਟਰਨੈਸ਼ਨਲ ਜਿਹੜੀ ਅੱਜਕੱਲ੍ਹ ਟੈਕਨੋਲੋਜੀ ਆਰਟੀਫੀਸ਼ੀਅਲ ਇੰਟੈਲੀਜੈਂਸ ਟੈਕਨੋਲੋਜੀ ਚੱਲ ਰਹੀ ਹੈ, ਵਰਲਡ ਦੇ ਬੈਸਟ ਸੌਫਟਵੇਅਰ ਲੈ ਕੇ ਆਏ ਹਾਂ, ਜਿਹਦੇ 'ਚ ਅਸੀਂ ਬੱਚਿਆਂ ਨੂੰ 3 ਘੰਟੇ ਉਹਨਾਂ ਦੀ ਬੇਸਿਕ ਟੀਚਰ ਦੇ ਨਾਲ ਕਲਾਸਿਸ, 1.5 ਤੋਂ 2 ਘੰਟੇ ਕੰਪਿਊਟਰ ਦੇ ਉੱਤੇ ਕਲਾਸਿਸ, ਔਰ ਜਿਹੜੇ ਉਹਦੇ 'ਤੇ ਸੌਫਟਵੇਅਰ ਹੈਗੇ ਉਹ 1-to-1 ਸਟੂਡੈਂਟ ਨੂੰ ਲੌਗਇਨ ਮਿਲ ਕੇ ਮਿਲਦੇ ਆ, ਔਰ ਉਹ ਇੱਕ ਐਡਵਾਂਸ ਲੈਵਲ ਦੀ ਆਈਲੈਟਸ ਪੀਟੀ ਕੋਚਿੰਗ ਦੇ ਰਹੇ ਹਾਂ। ਸੇਮ ਵੇ ਅਸੀਂ ਗੱਲ ਕਰੀਏ ਕਿ ਅਸੀਂ ਸਟੂਡੈਂਟ ਵੀਜ਼ਾ ਕਿਸ ਤਰ੍ਹਾਂ ਹੈ ਬੱਚਿਆਂ ਨੂੰ ਹੈਲਪ ਕਰ ਰਹੇ ਹਾਂ। ਸਟੂਡੈਂਟ ਵੀਜ਼ਾ ਦੇ ਵਿੱਚ ਜਿਹੜੇ ਸਾਡੇ ਕਰੀਅਰ ਕਾਉਂਸਲਰਸ ਹੈਗੇ ਆ, ਦੇ ਆਰ ਆਲ ਹਾਈਲੀ ਕੁਆਲੀਫਾਈਡ। ਉਹ ਖੁਦ ਆਈਦਰ ਇੰਟਰਨੈਸ਼ਨਲ ਐਜੂਕੇਸ਼ਨ ਲੈਣ ਲਈ ਖੁਦ ਬਾਹਰ ਗਏ ਹੋਏ ਆ ਜਾਂ ਬਾਹਰੋਂ ਪੜ੍ਹ ਕੇ ਆਏ ਹੋਏ ਆ। ਸੋ ਕਾਉਂਸਲਰ ਦੇ ਜਿਹੜੇ ਬੱਚਿਆਂ ਨੂੰ ਗਾਈਡੈਂਸ ਦੇਣੀ ਹੁੰਦੀ ਹੈ ਕਿ ਹਾਊ ਟੂ ਚੂਜ਼ ਦੀ ਰਾਈਟ ਕਾਲਜ, ਤੁਸੀਂ ਆਪਣਾ ਕੋਰਸ ਕਿਵੇਂ ਚੂਜ਼ ਕਰੋ, ਤੁਹਾਡੀ ਬੇਸਿਕ ਬੈਕਗਰਾਊਂਡ ਕੀ ਹੈ। ਸੋ ਸਾਡੇ ਜਿੰਨੀ ਟੀਮ ਦੇ ਮੈਂਬਰਸ ਹੈਗੇ, ਕਰੀਅਰ ਕਾਉਂਸਲਰਸ ਹੈਗੇ, ਦੇ ਆਰ ਆਲ ਐਕਸਪਰਟਸ। ਕੋਈ ਨਾ ਕੋਈ ਸਾਰਿਆਂ ਨੇ ਆਸਟ੍ਰੇਲੀਆ ਕੈਨੇਡਾ ਐਜੂਕੇਸ਼ਨ ਲਿੱਤੀ ਹੋਈ ਹੈ ਜਾਂ ਕੰਮ ਕੀਤਾ ਹੋਇਆ ਹੈ। ਹੁਣ ਕਿਸੇ ਨੂੰ ਫੈਮਿਲੀ ਰੀਜ਼ਨਸ ਕਰਕੇ ਜਾਂ ਹੁਣ ਅਸੀਂ ਬੈਕ ਹੈਗੇ, ਲਾਈਕ ਆਈ ਐਮ ਆਸਟ੍ਰੇਲੀਅਨ ਰੈਜ਼ੀਡੈਂਟ, ਮੈਂ ਵੀ ਬਾਹਰ ਆਇਆ, ਉਹ ਤੋਂ ਵਾਪਸ ਆਇਆ ਹੋਇਆ। ਮੇਰੇ ਹੋਰ ਕੋਲੀਗਸ ਹੈਗੇ, ਸਾਰੇ ਇਸ ਤਰੀਕੇ ਨਾਲ ਅਸੀਂ ਉਹ ਐਕਸਪੀਰੀਅੰਸ ਕੀਤਾ ਹੈ ਪਰਸਨਲੀ ਕਿ ਇੱਕ ਸਟੂਡੈਂਟ ਨੂੰ ਉੱਥੇ ਜਾ ਕੇ ਕੀ ਪ੍ਰੋਬਲਮਸ ਆਉਂਦੀਆਂ, ਕਿਵੇਂ ਉਹਨੇ ਆਪਣੇ ਆਪ ਨੂੰ ਸੈਟਲ ਕਰਨਾ ਹੁੰਦਾ, ਅਤੇ ਕੀ ਉਹਨਾਂ ਨੂੰ ਜੌਬ ਲੈਣ 'ਚ ਵੀ ਕਿਸ ਤਰ੍ਹਾਂ ਪ੍ਰੋਬਲਮਸ ਆਉਂਦੀਆਂ, ਅਤੇ ਇੱਥੋਂ ਜਾਣ ਤੋਂ ਪਹਿਲੇ ਵੀ ਸਟੂਡੈਂਟ ਮਿਸਗਾਈਡ ਕਿਵੇਂ ਹੋਏ ਹੁੰਦੇ ਆ। ਤਾਂ ਇਸ ਚੀਜ਼ ਨੂੰ ਅਸੀਂ ਬੜੀ ਕਲੀਅਰਲੀ ਬੱਚਿਆਂ ਨੂੰ ਜਦੋਂ ਜੁਆਇਨ ਆਉਂਦੇ ਆ, ਸਾਡੇ ਕੋਲ ਕਾਉਂਸਲਿੰਗ ਕਰਦੇ ਆ, ਤਾਂ ਉਹਨਾਂ ਨੂੰ ਪ੍ਰੋਪਰ ਅਸੀਂ ਇਸ ਚੀਜ਼ ਦਾ ਬਹੁਤ ਧਿਆਨ ਰੱਖਦੇ ਹਾਂ ਕਿ ਕਿਧਰੇ ਵੀ ਮਿਸਗਾਈਡ ਨਾ ਕੀਤਾ ਜਾਵੇ। ਅਗਰ ਉਹਨਾਂ ਦੀ ਐਲੀਜੀਬਿਲਿਟੀ ਨਹੀਂ ਬਣਦੀ ਤਾਂ ਉਹਨਾਂ ਨੂੰ ਕਲੀਅਰ ਕੱਟ ਦਿੱਤਾ ਜਾਵੇ। ਔਰ ਤੀਸਰੀ ਜਿਹੜੀ ਸਾਡੀ ਕੰਪਨੀ ਡਿਫਰੈਂਟ ਕੰਮ ਕਰ ਰਹੀ ਹੈ ਜੀ, ਉਹ ਇੰਟਰਨੈਸ਼ਨਲ ਪਾਥਵੇ ਪ੍ਰੋਗਰਾਮਸ ਲੈ ਕੇ ਆਏ ਹਾਂ। ਸੋ ਮੋਸਟਲੀ ਬੱਚੇ ਕਹੀਏ ਕਿ ਆਪਾਂ ਜੇ ਅੱਜ ਪੰਜਾਬ 'ਚੋਂ 2 ਲੱਖ ਬੱਚਾ ਜਾਣਾ ਚਾਹੁੰਦਾ ਹੈ ਤਾਂ ਤਕਰੀਬਨ 70-80 ਹਜ਼ਾਰ ਦੇ ਬੱਚਿਆਂ ਦੇ ਵੀਜ਼ਾ ਆਉਂਦੇ ਆ, ਬਾਕੀ ਨਿਰਾਸ਼ ਹੀ ਹੁੰਦੇ ਆ ਕਿਸੇ ਨਾ ਕਿਸੇ ਵਜ੍ਹਾ ਨਾਲ, ਉਹਨਾਂ ਦੇ ਕੋਈ ਨਾ ਕੋਈ ਸ਼ਾਰਟ ਕਮਿੰਗ ਹੁੰਦੀ ਹੈ। ਤਾਂ ਸਾਡਾ ਇਹ ਮੰਤਵ ਹੈ ਕਿ ਅਸੀਂ ਉਹਨਾਂ ਬੱਚਿਆਂ ਨੂੰ ਵੀ ਕੋਈ ਨਾ ਕੋਈ ਸੋਲੂਸ਼ਨ ਦਈਏ, ਉਹਨਾਂ ਦੇ ਵੀ ਭਵਿੱਖ ਲਈ ਹੈਲਪਫੁਲ ਹੋਈਏ। ਸੋ ਉਹਦੇ ਲਈ ਅਸੀਂ ਇੰਟਰਨੈਸ਼ਨਲ ਪਾਥਵੇ ਪ੍ਰੋਗਰਾਮ ਲੈ ਕੇ ਆਏ ਹਾਂ, ਜੋ ਕਿ ਇੱਕ ਟੋਟਲੀ ਪੰਜਾਬ 'ਚ ਬਹੁਤ ਵੱਡਾ ਪ੍ਰੋਜੈਕਟ ਹੈਗਾ, ਬਹੁਤ ਹੀ ਡਿਫਰੈਂਟ ਹੈਗਾ। ਸੋ ਬੱਚੇ ਨਾ ਸਿਰਫ ਆਸਟ੍ਰੇਲੀਆ ਕੈਨੇਡਾ UK ਜਾਣਗੇ, ਉਹ ਫਰਾਂਸ, ਇਟਲੀ, ਸਪੇਨ, ਹੋਰ ਕੰਟਰੀਜ਼ ਦੇ ਵਿੱਚ ਵੀ ਅਗਰ ਆਪਣੇ ਪਾਥਵੇ ਪ੍ਰੋਗਰਾਮ ਲੈਣਾ ਚਾਹੁੰਦੇ ਆ, ਬਹੁਤ ਬੈਨੀਫੀਸ਼ੀਅਲ ਹੈ। ਫਾਈਨੈਂਸ਼ੀਅਲ ਸੇਵਿੰਗ ਹੈ, ਟਾਈਮ ਸੇਵਿੰਗ ਹੈ। ਬੱਚੇ ਆਲਰੇਡੀ 6 ਮਹੀਨੇ ਖਰਾਬ ਕਰ ਚੁੱਕੇ ਹੈ, ਜੂਨ ਜੁਲਾਈ ਦੇ ਰਿਜ਼ਲਟ ਆਏ ਹੈ, ਸਤੰਬਰ ਇਨਟੇਕ ਚਲੀ ਗਈ ਹੈ, ਹਾਲੇ ਕੋਈ ਟਰੈਵਲ ਅਲਾਊਡ ਨਹੀਂ ਹੈ, ਵੀਜ਼ਾ ਅਲਾਊਡ ਦਾ ਪ੍ਰੋਸੈਸ ਨਹੀਂ ਹੋ ਰਿਹਾ ਪ੍ਰੋਪਰਲੀ, ਫਸਟ ਸਟੇਜ ਦੀ ਹਾਲੇ ਸਿਰਫ ਅਪਰੂਵਲ ਲੈਟਰਸ ਆ ਰਹੀਆਂ। ਉਹਨਾਂ ਦੇ ਅਗਰ ਐਜੂਕੇਸ਼ਨ ਕਿਧਰੇ ਐਡਮਿਸ਼ਨ ਹੋ ਵੀ ਰਹੀ ਹੈ, ਅਪਰੂਵਲ ਆ ਰਹੀ ਹੈ, ਆਨਲਾਈਨ ਕਲਾਸਿਸ ਚੱਲ ਰਹੀਆਂ। ਸੋ ਇੱਕ ਪ੍ਰੈਕਟੀਕਲ ਬੇਸ ਜਿਹੜੇ ਪ੍ਰੋਗਰਾਮਸ ਆ, ਉਹ ਵੀ ਤੁਸੀਂ ਥਿਓਰੀ ਪੜ੍ਹ ਰਹੇ ਹੋ, ਔਰ ਤੁਸੀਂ ਕਿਵੇਂ ਆਪਣੇ ਆਪ ਨੂੰ ਅੱਗੇ ਐਡਜਸਟ ਕਰੋਗੇ। ਤਾਂ ਆਲਮੋਸਟ ਬੱਚੇ ਸਾਲ ਖਰਾਬ ਕਰ ਰਹੇ ਆ। ਕਈਆਂ ਬੱਚਿਆਂ ਦੇ ਅਪਰੂਵਲ ਆਉਣ ਤੋਂ ਬਾਅਦ ਵੀ ਆਨਲਾਈਨ ਕਲਾਸਿਸ ਨਹੀਂ ਲਗਾ ਪਾ ਰਹੇ। ਸੋ ਹੁਣ ਕਿਉਂਕਿ ਅਨਲੌਕ ਸ਼ੁਰੂ ਹੋ ਗਿਆ, ਕਾਲਜਿਸ 15 ਅਕਤੂਬਰ ਤੋਂ ਬਾਅਦ ਖੁੱਲ੍ਹਣ ਦੀ ਗਵਰਨਮੈਂਟ ਪਰਮਿਸ਼ਨ ਦੇ ਰਹੀ ਹੈ, ਤਾਂ ਅਸੀਂ ਨਵੰਬਰ ਫਸਟ ਵੀਕ ਤੋਂ ਨਵੇਂ ਬੈਚਿਸ ਸ਼ੁਰੂ ਕਰ ਰਹੇ ਹਾਂ, ਜਿੱਥੇ ਅਸੀਂ ਡੇਰਾਬੱਸੀ ਕੈਂਪਸ ਦੇ ਵਿੱਚ ਉਹਨਾਂ ਨੂੰ ਥਿਓਰੀ ਪ੍ਰੈਕਟੀਕਲਸ ਦਿਆਂਗੇ। ਫਸਟ ਈਅਰ ਉਹ ਬੱਚੇ ਲੈ ਸਕਦੇ ਆ। ਸੋ ਇਸ ਤਰ੍ਹਾਂ ਸਾਡੀ ਕੰਪਨੀ ਇੱਕ ਪਾਥਵੇ ਪ੍ਰੋਗਰਾਮ ਨੂੰ ਲੈ ਕੇ ਸਟੂਡੈਂਟਸ ਦੀ ਹੈਲਪ ਕਰ ਰਹੀ ਹੈ। ਸੋ ਅਸੀਂ ਸਟੂਡੈਂਟ ਨੂੰ ਵੀ ਇਸੇ ਪਰਸਪੈਕਟਿਵ ਨਾਲ ਗਾਈਡੈਂਸ ਦਿੰਦੇ ਹਾਂ ਕਿ ਉਹਨਾਂ ਨੂੰ ਕੱਲ੍ਹ ਨੂੰ ਇੱਥੋਂ ਭਾਵੇਂ ਰਾਈਟ ਕੋਰਸ ਜਾਂ ਰਾਈਟ ਲੋਕੇਸ਼ਨ ਪਕੜਨ ਔਰ ਰਾਈਟ ਡਿਊਰੇਸ਼ਨ ਆਫ ਕੋਰਸ ਪਕੜਨ, ਤਾਂ ਕਿ ਉਹਨਾਂ ਨੂੰ ਉੱਥੇ ਜਾ ਕੇ PR 'ਚ ਵੀ ਦਿੱਕਤ ਨਾ ਆਏ। ਤਾਂ ਸਾਡੀ ਸਟੂਡੈਂਟ ਨੂੰ ਵੀ ਕਾਉਂਸਲਿੰਗ ਦੇ ਵਿੱਚ ਅਸੀਂ ਬੈਕ ਐਂਡ 'ਤੇ ਸਾਨੂੰ ਉਹਦਾ ਲੌਂਗ ਟਰਮ ਕਰੀਅਰ ਨੂੰ ਅਸੀਂ ਪਲੈਨਿੰਗ ਕਰਕੇ ਚੱਲਦੇ ਹਾਂ। ਸੋ ਇਸ ਤਰੀਕੇ ਨਾਲ ਜੋ ਸਾਡੀ ਕੰਪਨੀ ਹੈ ਉਹ ਕਾਫੀ ਡਿਫਰੈਂਟ ਲੈਵਲ 'ਤੇ ਕੰਮ ਕਰ ਰਹੀ ਹੈ। ਸੋ ਦਰਸ਼ਕਾਂ ਦੇ ਸਵਾਲ, ਜੇ ਤੁਹਾਡੇ ਮਨ 'ਚ ਕੋਈ ਵੀ ਸਵਾਲ ਆ ਰਿਹਾ ਹੈ ਤਾਂ ਤਸਵੀਰਾਂ ਥੱਲੇ ਇੱਕ ਤੁਹਾਡਾ ਨੰਬਰ ਦਿੱਤਾ ਜਾ ਰਿਹਾ, ਤੁਸੀਂ ਉਹ 'ਤੇ ਵੀ ਆਪਣੇ ਸਵਾਲ ਰੱਖ ਸਕਦੇ ਹੋ। ਅਤੇ ਨਾਲ ਦੀ ਨਾਲ ਹੀ ਇੱਕ ਬਹੁਤ ਹੀ ਸਿੰਪਲ ਇੱਕ ਸਵਾਲ ਹੈ, ਤੁਹਾਨੂੰ ਜਾਂਦੇ ਜਾਂਦੇ ਲੈ ਲੈਂਦੇ ਆ ਕਿ ਬੱਚਿਆਂ ਨੂੰ ਅਕਸਰ ਇੰਗਲਿਸ਼ ਦੇ ਨਾਲ ਨਾਲ ਮੈਥਸ ਪ੍ਰੋਬਲਮ ਆਉਂਦੀ ਆ। ਤੁਸੀਂ ਜਿਸ ਤਰ੍ਹਾਂ ਆਪਣੇ ਪੈਂਫਲੇਟ 'ਚ ਦੱਸਿਆ ਹੈ, ਤਾਂ ਆਪਾਂ ਡਿਸਕਸ ਕੀਤੀ ਹੈ ਕਿ ਬੱਚੇ 45% ਮਾਰਕਸ ਦੇ ਨਾਲ ਜਾਂ ਮੈਥਸ ਨਾ ਕਰਕੇ ਵੀ ਉਹ ਇਸ ਤਰ੍ਹਾਂ ਬਾਹਰ ਜਾ ਸਕਦੇ ਨੇ। ਕੀ ਸਾਰਾ ਕੀ ਵਿਸ਼ਾ ਕੀ ਹੈ? ਹਾਂਜੀ, ਇਹ ਜਿਹੜੇ ਇੰਟਰਨੈਸ਼ਨਲ ਪਾਥਵੇ ਦੇ ਪ੍ਰੋਗਰਾਮ ਆਇਆ ਹੈ, ਇਹਦੇ ਵਿੱਚ ਕੁਝ ਹੋਰ ਵੀ ਬੈਨੀਫਿਟਸ ਹੈਗੇ ਆ ਜੋ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗਾ। ਜਿਵੇਂ ਤੁਸੀਂ ਦੱਸਿਆ, ਇੱਕ ਤਾਂ 45% ਇਹਦੇ ਵਿੱਚ ਬੇਸਿਕ ਮਿਨੀਮਮ ਐਲੀਜੀਬਿਲਿਟੀ ਹੈ। ਸੋ ਸਟੂਡੈਂਟ ਜਿਨ੍ਹਾਂ ਦੇ ਮਾਰਕਸ ਘੱਟ ਹੈ 50% ਤੋਂ 55% ਤੋਂ, ਉਹਨਾਂ ਨੂੰ ਆਫਰ ਲੈਟਰ ਨਹੀਂ ਮਿਲਦੀਆਂ ਜਾਂ ਫਿਰ ਉਹ ਪ੍ਰਾਈਵੇਟ ਕਾਲਜ ਵੱਲ ਦੇਖਦੇ ਹੈ, ਉਹਦੀ ਬਜਾਏ ਉਹ ਸਾਡਾ ਇਹ ਇੰਟਰਨੈਸ਼ਨਲ ਪਾਥਵੇ ਜੁਆਇਨ ਕਰ ਸਕਦੇ ਆ। 45% ਇਹਦੇ ਵਿੱਚ ਬੇਸਿਕ ਐਲੀਜੀਬਿਲਿਟੀ ਹੈਗੀ ਹੈ। ਆਪਾਂ ਇੰਗਲਿਸ਼ ਦੀ ਗੱਲ ਕਰ ਹੀ ਲਈ ਹੈ, 5 ਬੈਂਡ ਤੋਂ ਇਕੁਅਲੈਂਸ ਇੰਗਲਿਸ਼ ਦੇ ਨਾਲ ਉਹ ਸ਼ੁਰੂ ਕਰ ਸਕਦੇ ਆ। BCom ਦੇ ਬੱਚੇ, ਕਾਮਰਸ ਦੇ ਬੱਚੇ ਜਿਹੜੇ ਅੱਗੋਂ ਬਿਜ਼ਨਸ ਮੈਨੇਜਮੈਂਟ ਲੈਣਾ ਚਾਹੁੰਦੇ ਆ, ਉਹਨਾਂ ਨੂੰ ਬੜੀ ਪ੍ਰੋਬਲਮ ਆਉਂਦੀ ਹੈ ਕੈਨੇਡਾ ਦੇ ਵਿੱਚ। ਉਹਨਾਂ ਕੋਲ ਮੈਥ ਨਹੀਂ ਹੁੰਦਾ, ਕਿਉਂਕਿ ਆਪਾਂ ਜਨਰਲੀ ਬਿਜ਼ਨਸ ਸਟੱਡੀ ਜਾਂ ਅਕਾਊਂਟੈਂਸੀ, ਇਕਨੋਮਿਕ ਸਬਜੈਕਟ ਲਿੱਤੇ ਹੁੰਦੇ ਆ, ਔਰ ਮੈਥ ਨਹੀਂ ਲਿੱਤਾ ਹੁੰਦਾ। ਮੈਥ ਤੋਂ ਬੱਚਿਆਂ ਨੂੰ ਥੋੜ੍ਹਾ ਫੋਬੀਆ ਵੀ ਹੁੰਦਾ, ਤਾਂ ਉਹ ਬਿਜ਼ਨਸ ਕਾਮਰਸ ਤਾਂ ਪੜ੍ਹ ਲਈ, ਬਟ ਅੱਗੋਂ ਬਿਜ਼ਨਸ ਮੈਨੇਜਮੈਂਟ 'ਚ ਐਡਮਿਸ਼ਨ ਨਹੀਂ ਲੈ ਸਕਦੇ। ਤਾਂ ਉਹ ਇਹ ਬੱਚੇ ਸਾਡੇ ਪ੍ਰੋਗਰਾਮ 'ਚ ਜੁਆਇਨ ਕਰ ਸਕਦੇ ਆ। ਮੈਥ ਦੀ ਰਿਕੁਆਇਰਮੈਂਟ ਹੈ ਨਹੀਂ ਇਸ ਪ੍ਰੋਗਰਾਮ ਦੇ ਵਿੱਚ। ਆਪਣਾ ਬਿਜ਼ਨਸ ਦਾ ਇੱਥੇ ਜੁਆਇਨ ਕਰਕੇ ਸੈਕੰਡ ਈਅਰ ਕ੍ਰੈਡਿਟ ਟ੍ਰਾਂਸਫਰ ਲੈ ਸਕਦੇ ਆ। ਯੂਨੀਵਰਸਿਟੀਜ਼ ਤੋਂ ਇਸ ਦੀ ਅਸੈਪਟੈਂਸ ਮਿਲ ਜਾਂਦੀ ਹੈ, ਕਿਉਂਕਿ ਉਹਨਾਂ ਨੇ ਆਲਰੇਡੀ ਇੱਥੇ ਪੜ੍ਹ ਲਿਆ ਹੁੰਦਾ ਹੈ। ਇੰਟਰਨੈਸ਼ਨਲ ਐਜੂਕੇਸ਼ਨ ਲੈਣ ਨਾਲ ਉਹਨਾਂ ਦਾ ਜਿਹੜਾ ਵੀਜ਼ਾ ਸਕਸੈਸ ਰੇਟ ਹੈ ਉਹ ਕਾਫੀ ਵੱਧ ਜਾਂਦਾ ਹੈ। ਸੋ ਵੀਜ਼ਾ ਆਫੀਸਰ ਨੂੰ ਲੱਗਦਾ ਹੈ ਕਿ ਬੱਚਾ ਜੈਨੂਅਨ ਹੈ, ਉਹਨੇ ਇੱਕ ਇੰਟਰਨੈਸ਼ਨਲ ਹਾਇਰ ਕੁਆਲਿਟੀ ਦੀ ਇੰਟਰਨੈਸ਼ਨਲ ਐਜੂਕੇਸ਼ਨ
ਆਪਣੇ ਹੀ ਕੰਟਰੀ 'ਚ ਲਿੱਤੀ ਹੈ ਤਾਂ ਹੀ ਉਹ ਅੱਗੇ ਬਾਹਰ ਪੜ੍ਹਨਾ ਚਾਹੁੰਦਾ ਹੈ ਤਾਂ ਉਹਦਾ ਵੀਜ਼ਾ ਸਕਸੈਸ ਰੇਟ ਬਹੁਤ ਜ਼ਿਆਦਾ ਵੱਧ ਜਾਂਦਾ ਹੈ। ਤਾਂ ਔਰ ਇਸ ਤੋਂ ਇਲਾਵਾ ਸਾਇੰਸ ਸਟੂਡੈਂਟਸ ਵੀ ਜਾਂ ਨਰਸਿੰਗ ਦੇ ਸਟੂਡੈਂਟ ਹੈ, ਮੈਡੀਕਲ ਦੇ ਸਟੂਡੈਂਟ ਹੈ, ਉਹ ਅੱਗੋਂ ਨਰਸਿੰਗ ਕਰਨਾ ਚਾਹੁੰਦੇ ਆ, ਹੈਲਥ ਦੇ ਪ੍ਰੋਗਰਾਮ ਲੈਣਾ ਚਾਹੁੰਦੇ ਆ। ਕੈਨੇਡਾ ਆਸਟ੍ਰੇਲੀਆ ਦੇ ਵਿੱਚ ਉੱਥੇ ਵੀ ਮੈਥ ਦੀ ਰਿਕੁਆਇਰਮੈਂਟ ਹੈ, ਬਟ ਉਹ ਸਾਡੇ ਹੈਲਥ ਪ੍ਰੋਗਰਾਮਸ ਇੱਥੋਂ ਅਗਰ ਸਟਾਰਟ ਕਰ ਲੈਂਦੇ ਆ ਤਾਂ ਉਹਨਾਂ ਨੂੰ ਉਹਦੀ ਰਿਕੁਆਇਰਮੈਂਟ ਵੀ ਵੇਵਰ ਮਿਲ ਜਾਂਦਾ ਹੈ। ਸੋ ਡਾਕਟਰ ਸਾਹਿਬ ਵੱਲੋਂ ਬੜੇ ਹੀ ਸਰਲ ਤਰੀਕੇ ਨਾਲ ਜਵਾਬ ਦਿੱਤੇ ਜਾ ਰਹੇ ਨੇ ਤੇ ਇੱਕ ਜਾਂਦੇ ਜਾਂਦੇ ਇੱਕ ਕਾਮਨ ਜਿਹਾ ਸਵਾਲ ਲੈ ਲੈਂਦੇ ਆ ਕਿ ਜਿਸ ਤਰ੍ਹਾਂ ਤੁਹਾਨੂੰ ਲੱਗਦਾ ਹੈ ਕਿ ਤੁਸੀਂ 45% ਮਾਰਕਸ ਦੀ ਗੱਲ ਕੀਤੀ ਹੈ ਜਾਂ 5 ਬੈਂਡਸ ਦੀ ਗੱਲ ਕੀਤੀ ਹੈ, ਇਸ ਦੇ ਨਾਲ ਹੀ ਸਟੂਡੈਂਟਸ ਤੋਂ ਬਿਨਾਂ ਜਿਹੜੇ ਬਿਜ਼ਨਸ ਰਿਲੇਟਡ ਕੋਈ ਜਾਣਾ ਚਾਹੁੰਦੇ ਨੇ, ਕੋਈ ਉਹਨਾਂ ਵਾਸਤੇ ਕੋਈ ਖਾਸ ਪ੍ਰੋਗਰਾਮ ਹੋਵੇ? ਬਿਜ਼ਨਸ ਐਂਟਰਪ੍ਰੀਨਰਸ਼ਿਪ ਪ੍ਰੋਗਰਾਮਸ ਹੈਗੇ ਆ ਜੀ, ਇਨਵੈਸਟਰ ਕੈਟਾਗਰੀ ਪ੍ਰੋਗਰਾਮਸ ਹੈਗੇ ਆ, ਸਟਾਰਟਅਪ ਪ੍ਰੋਗਰਾਮਸ ਹੈਗੇ ਆ। ਆਸਟ੍ਰੇਲੀਆ ਕੈਨੇਡਾ ਦੋਨੋਂ ਕੰਟਰੀਜ਼, ਈਵਨ USA ਵੀ ਦੇ ਰਿਹਾ, ਬਟ USA 'ਚ ਇਨਵੈਸਟਮੈਂਟ ਦੀ ਅਮਾਊਂਟ ਕਾਫੀ ਵੱਧ ਜਾਂਦੀ ਹੈ। ਉਹਦੇ 'ਤੇ ਆਪਾਂ ਹੋਰ ਕਾਫੀ ਲੰਬਾ ਇੱਕ ਡਿਟੇਲ ਪ੍ਰੋਗਰਾਮ ਆਪਾਂ ਕਰ ਸਕਦੇ ਹਾਂ, ਡਿਸਕਸ਼ਨ ਕਰ ਸਕਦੇ ਹਾਂ। ਸੋ ਮੈਂ ਇੱਕ ਜਿਹੜਾ ਆਪਾਂ ਹੁਣ ਪਾਥਵੇ ਦੀ ਆਪਾਂ ਇੱਕ ਗੱਲ ਕਰ ਰਹੇ ਸੀ, ਉਹਦੇ 'ਚ ਮੈਂ ਇੱਕ ਹੋਰ ਪੁਆਇੰਟ ਵੀ ਤੁਹਾਡੇ ਨਾਲ ਬਹੁਤ ਜ਼ਰੂਰੀ ਪੁਆਇੰਟ ਸਮਝਦਾ ਜਿਹੜਾ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦਾ। ਉਹ ਇਹ ਹੈ ਕਿ ਜਦੋਂ ਬੱਚੇ ਇੱਥੇ ਐਜੂਕੇਸ਼ਨ ਲੈ ਰਹੇ ਆ ਸਾਡੇ ਕੋਲ ਫਸਟ ਈਅਰ ਦੇ ਵਿੱਚ, ਤਾਂ ਉਹਨਾਂ ਦੀ 40% ਥਿਊਰੀ ਹੈ ਔਰ 60% ਪ੍ਰੈਕਟੀਕਲਸ ਹੈ। ਇਹ ਸਟੂਡੈਂਟ ਨੂੰ ਕਿਵੇਂ ਬੈਨੀਫਿਟ ਕਰਦਾ ਹੈ ਉਹ ਮੈਂ ਤੁਹਾਨੂੰ ਦੱਸਣਾ ਚਾਹੁੰਦਾ। ਸਟੂਡੈਂਟ ਨੂੰ ਉਹਦਾ ਬੈਨੀਫਿਟ ਇਹ ਆਉਂਦਾ ਹੈ ਕਿ ਜਦੋਂ ਉਹ ਨਵੇਂ ਦੇਸ਼ ਪਹੁੰਚਦੇ ਹੈ, ਉਹਨਾਂ ਨੂੰ 20 ਘੰਟੇ ਉਹਨਾਂ ਦੀ ਐਜੂਕੇਸ਼ਨ ਦੇ ਨਾਲ ਪਾਰਟ ਟਾਈਮ ਕੰਮ ਅਲਾਉਡ ਹੁੰਦਾ ਹੈ, ਬਟ ਉਹਨਾਂ ਕੋਲ ਕੋਈ ਸਕਿੱਲ ਹੀ ਨਹੀਂ ਹੁੰਦੀ। ਉੱਥੇ ਜਾ ਕੇ ਉਹਨਾਂ ਨੂੰ ਕੰਮ ਲੱਭਣ 'ਚ ਬੜੀ ਪ੍ਰੋਬਲਮ ਆਉਂਦੀ ਹੈ। ਬੜੇ ਸਾਰੇ ਸਟੂਡੈਂਟ ਸਾਨੂੰ ਫੀਡਬੈਕ ਦਿੰਦੇ ਆ, ਸਰ ਮੈਂ ਇੱਥੇ ਆ ਤਾਂ ਗਿਆ ਬਟ ਮੈਨੂੰ ਕੰਮ ਨਹੀਂ ਮਿਲ ਰਿਹਾ। ਤਾਂ ਪਾਰਟਿਕੂਲਰਲੀ ਟੋਰਾਂਟੋ ਜਾਂ ਇਸ ਜਗ੍ਹਾ 'ਤੇ ਜਾ ਕੇ ਜਿੱਥੇ ਹਾਈ ਕੁਆਲਿਟੀ ਸਕਿੱਲਸ ਮੰਗੀਆਂ ਜਾਂਦੀਆਂ। ਸੋ ਇੱਕ ਬੱਚਾ ਹੋਟਲ ਮੈਨੇਜਮੈਂਟ ਕਰਨ ਜਾ ਰਿਹਾ ਹੈ, ਬਟ ਉਹਨੂੰ ਉੱਥੇ ਟ੍ਰੇਨ ਨਹੀਂ ਪਕੜਨੀ ਆਉਂਦੀ, ਤਾਂ ਉਹਨੂੰ ਕੀ ਜੌਬ ਮਿਲੂਗੀ? ਸੋ ਅਗਰ ਉਹ ਇੱਥੇ ਪ੍ਰੋਗਰਾਮ ਜੁਆਇਨ ਕਰਦੇ ਹੈ ਤਾਂ ਸਾਡੇ 40% ਥਿਊਰੀ ਔਰ 60% ਪ੍ਰੈਕਟੀਕਲ ਕਰਦੇ ਆ। ਅਸੀਂ ਉਹਨਾਂ ਨੂੰ ਇੱਥੇ ਇੰਟਰਨੈਸ਼ਨਲ ਸਟੈਂਡਰਡ ਦੇ ਇਸ ਲੈਵਲ ਦੇ ਟ੍ਰੇਨ ਕਰ ਦਈਦਾ ਹੈ ਕਿ ਉਹਨਾਂ ਨੂੰ ਉੱਥੇ ਜਾ ਕੇ ਕੋਈ ਪ੍ਰੈਕਟੀਕਲ ਦੇ ਵਿੱਚ ਦਿੱਕਤ ਨਹੀਂ ਆਉਂਦੀ। ਉਹਨਾਂ ਨੂੰ ਬਹੁਤ ਅੱਛੀਆਂ ਜੌਬਸ ਮਿਲਦੀਆਂ, ਇਮੀਡੀਏਟਲੀ ਮਿਲਦੀਆਂ, ਪ੍ਰਾਇੋਰਟੀ 'ਤੇ ਮਿਲਦੀਆਂ, ਪ੍ਰੈਫਰੈਂਸ ਮਿਲਦੀ ਹੈ ਜੌਬ ਦੇ ਵਿੱਚ, ਔਰ ਵੇਜ ਰੇਟ ਵੀ ਬੇਸਿਕ ਰੇਟ ਤੋਂ ਉੱਤੇ ਮਿਲਦਾ। ਸੋ ਉਹਦੇ ਨਾਲ ਉਹਨਾਂ ਦਾ ਕੌਨਫੀਡੈਂਸ ਲੈਵਲ ਬਹੁਤ ਵੱਧ ਜਾਂਦਾ ਬੱਚਿਆਂ ਦਾ ਕਿ ਜੀ ਮੈਨੂੰ ਨਾਲੇ ਉਹਨਾਂ ਨੇ ਇੰਟਰਨੈਸ਼ਨਲ ਐਜੂਕੇਸ਼ਨ ਲਿੱਤੀ ਹੁੰਦੀ ਹੈ। ਜਿਹੜਾ ਇੰਟਰਨੈਸ਼ਨਲ ਐਜੂਕੇਸ਼ਨ ਦਾ ਸਿਸਟਮ ਹੈ, ਅਸਾਈਨਮੈਂਟ ਬੇਸਡ ਐਜੂਕੇਸ਼ਨ, ਉਹੀ ਸੇਮ ਸਿਸਟਮ ਨਾਲ ਅਸੀਂ ਇੱਥੇ ਪੜ੍ਹਾਉਂਦੇ ਹਾਂ। ਸੋ ਨਾ ਉਹਨਾਂ ਨੂੰ ਉੱਥੇ ਜਾ ਕੇ ਕਾਲਜ 'ਚ ਪ੍ਰੋਬਲਮ ਆਉਂਦੀ ਹੈ, ਨਾ ਉਹਨਾਂ ਨੂੰ ਉੱਥੇ ਜੌਬ ਲੈਣ 'ਚ ਪ੍ਰੋਬਲਮ ਆਉਂਦੀ ਹੈ, ਅਤੇ ਨਾ ਹੀ ਉਹ, ਕਿਉਂਕਿ ਉਹਨਾਂ ਨੇ ਆਲਰੇਡੀ ਇੱਥੇ ਘਰੋਂ ਪਿੰਡੋਂ ਨਿਕਲ ਕੇ ਚੰਡੀਗੜ੍ਹ ਆ ਕੇ 1 ਸਾਲ ਪੜ੍ਹਾਈ ਕੀਤੀ ਹੈ, ਉਹਨਾਂ ਨੂੰ ਇੱਕ ਘਰ ਤੋਂ ਬਾਹਰ ਰਹਿਣ ਦਾ ਵੀ ਮਾਹੌਲ ਮਿਲ ਜਾਂਦਾ ਹੈ, ਅਤੇ ਉਹਨਾਂ ਨੂੰ ਹੋਮ ਸਿਕਨੈਸ ਵੀ ਨਹੀਂ ਹੁੰਦੀ। ਸੋ ਇਹ ਸਾਰੀਆਂ ਬੈਨੀਫਿਟਸ ਜਿਹੜੇ ਇੱਕ ਵੀਜ਼ਾ ਨੂੰ ਦੀ ਇੱਕ ਪਾਸੇ ਰਿਕੁਆਇਰਮੈਂਟਸ ਨੂੰ ਇੰਪਰੂਵ ਕਰਦੇ ਹੈ, ਔਰ ਦੂਜੇ ਪਾਸੇ ਇੱਕ ਸੋਸ਼ਲ ਜਿਹੜੇ ਸਕਿੱਲਸ ਬੱਚਿਆਂ ਨੂੰ ਚਾਹੀਦੇ, ਐਜੂਕੇਸ਼ਨ ਚਾਹੀਦੀ ਹੈ, ਉਹਦੇ ਵਿੱਚ ਵੀ ਉਹਨਾਂ ਨੂੰ ਬੈਨੀਫਿਟ ਮਿਲਦਾ ਹੈ। ਸੋ ਡਾਕਟਰ ਡੀਜੇ ਸਾਹਿਬ ਨਾਲ ਅਸੀਂ ਬੜੇ ਵਧੀਆ ਸਵਾਲਾਂ ਦੇ ਜਵਾਬ ਲਿੱਤੇ ਨੇ ਤੇ ਸਾਨੂੰ ਉਮੀਦ ਹੈ ਕਿ ਅਗਲੀ ਵਾਰ ਤੁਹਾਡੇ ਜਿਹੜੇ ਵੀ ਸਵਾਲ ਹੋਣਗੇ ਅਸੀਂ ਉਹਨਾਂ 'ਤੇ ਵੀ ਜਵਾਬ ਲੈਣ ਦੀ ਕੋਸ਼ਿਸ਼ ਕਰਾਂਗੇ। ਤੇ ਜਾਂਦੇ ਜਾਂਦੇ ਅਸੀਂ ਇੱਕ ਕਲੋਜ਼ਿੰਗ ਕਮੈਂਟਸ ਲੈ ਲਈਏ ਤੇ ਨਾਲ ਦੀ ਨਾਲ ਅਸੀਂ ਡਾਕਟਰ ਡੀਜੇ ਦਾ ਧੰਨਵਾਦ ਕਰਦੇ ਹਾਂ। ਥੈਂਕ ਯੂ ਨਰਿੰਦਰ ਜੀ। ਮੈਂ ਸਾਰਿਆਂ ਨੂੰ ਇਨਵਾਈਟ ਕਰੂੰਗਾ, ਸਾਡੇ ਆਫਿਸ ਆਓ, ਸਾਡੇ ਕਾਉਂਸਲਰਸ ਨੂੰ ਤੁਸੀਂ ਮਿਲ ਸਕਦੇ ਹੋ, ਐਕਸਪਰਟ ਕਾਉਂਸਲਰਸ ਹੈਗੇ ਹੈ। ਆਪਣੀਆਂ ਵੀ ਕੋਈ ਇੰਡੀਵਿਜੂਅਲ ਪ੍ਰੋਬਲਮਸ ਕਿਸੇ ਦੀਆਂ ਹੈਗੀਆਂ, ਕੋਈ ਰਿਫਿਊਜ਼ਲ ਕੇਸਿਸ ਹੈਗੇ ਹੈ, ਜਾਂ ਲੋ ਬੈਂਡ ਆਈਲੈਟਸ ਹੈ, ਜਾਂ ਆਪਾਂ ਆਈਲੈਟਸ ਕਿਵੇਂ ਇੰਪਰੂਵ ਕਰਨਾ ਹੈ, ਤੁਸੀਂ ਸਾਡੇ ਮਾਸਟਰ ਟ੍ਰੇਨਰਸ ਨਾਲ ਆ ਕੇ ਮਿਲ ਸਕਦੇ ਹੋ। ਸਾਰੇ ਸਰਟੀਫਾਈਡ ਹੈਗੇ ਆ, ਲਾਇਸੈਂਸਡ ਹੈਗੇ ਆ। ਆਈ ਐਮ ਆਲਸੋ ਕੈਨੇਡਾ ਐਜੂਕੇਸ਼ਨ, ਚਾਹੇ ਮੈਂ ਆਸਟ੍ਰੇਲੀਅਨ ਰੈਜ਼ੀਡੈਂਟ ਹਾਂ, ਬਟ ਮੈਂ ਕੈਨੇਡਾ ਗੌਰਮੈਂਟ ਵੱਲੋਂ ਸਰਟੀਫਾਈਡ ਐਜੂਕੇਸ਼ਨ ਕੰਸਲਟੈਂਟ ਹੈਗਾ। ਦੇਰ ਆਰ ਓਨਲੀ 2-3 ਪਰਸਨ ਇਨ ਦਿਸ ਕੰਟਰੀ ਜਿਨ੍ਹਾਂ ਨੂੰ ਇਹ ਕੈਨੇਡਾ ਗੌਰਮੈਂਟ ਨੇ ਆਥੋਰਾਈਜ਼ ਕੀਤਾ ਹੋਇਆ ਕਰੀਅਰ ਗਾਈਡਲਾਈਨਸ ਦੇ ਵਾਸਤੇ। ਸੋ ਤੁਸੀਂ ਸਾਡੇ ਆਫਿਸ ਵਿਜ਼ਿਟ ਕਰੋ, ਇਨਵੀਟੇਸ਼ਨ ਹੈ ਸਾਰਿਆਂ ਨੂੰ, ਔਰ ਸਾਨੂੰ ਬੜੀ ਖੁਸ਼ੀ ਹੋਏਗੀ ਤੁਹਾਡੇ ਅਗਰ ਅਸੀਂ ਕਰੀਅਰ ਦੇ ਵਿੱਚ ਕੋਈ ਹੈਲਪ ਕਰ ਸਕੀਏ, ਤੁਹਾਨੂੰ ਰਾਈਟ ਗਾਈਡੈਂਸ ਦੇ ਸਕੀਏ। ਥੈਂਕ ਯੂ ਸੋ ਮਚ। ਸੋ ਫਿਲਹਾਲ ਇਸ ਪ੍ਰੋਗਰਾਮ 'ਚ ਇੰਨਾ ਹੀ। ਮੈਨੂੰ ਦਿਓ ਇਜਾਜ਼ਤ। ਧੰਨਵਾਦ।